श्री करतारपुर साहब जाण वालियां जिन्नियां भी संगतां होणगीਆਂ ਉਹਨਾਂ ਨੂੰ ਬਾਬੇ ਨਾਨਕ ਦੇ ਖੇਤਾਂ ਦੇ ਵਿੱਚ ਜੋ ਅਨਾਜ ਪੈਦਾ ਹੋਇਆ ਉਸ ਦਾ ਹੀ ਲੰਗਰ ਛਕਾਇਆ ਜਾਵੇਗਾ। ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਜਿਹੜਾ ਕਰਤਾਰਪੁਰ ਸਾਹਿਬ ਦੇ ਵਿੱਚ ਗੁਰੂ ਕਾ ਲੰਗਰ ਚੱਲੇਗਾ ਉਹ ਬਾਬੇ ਨਾਨਕ ਦੇ ਖੇਤਾਂ ਤੋਂ ਪੈਦਾ ਹੋਏ ਅਨਾਜ ਨਾਲ ਭਾਵ ਉੱਥੋਂ ਦੀ ਕਣਕ ਨਾਲ ਚੱਲੇਗਾ ਔਰ ਨਾਲ ਦਾਅਵਾ ਕੀਤਾ ਕਿ ਇਹ ਉਹ ਕਣਕ ਹੋਵੇਗੀ ਜਿਹਦੇ ਉੱਤੇ ਕਿਸੇ ਕਿਸਮ ਦਾ ਕੋਈ ਰਸਾਇਣ ਨਹੀਂ ਪਾਇਆ ਜਾਵੇਗਾ। ਜਦੋਂ ਇਹ ਇਤਿਹਾਸਕ ਗੁਰਦੁਆਰੇ ਬਣੇ ਸੀ ਜਾਂ ਕੋਈ ਵੀ ਧਾਰਮਿਕ ਸਥਾਨ ਬਣਿਆ ਸੀ ਤਾਂ ਉਹ ਪਹਿਲਾਂ ਇਸ ਤਰੀਕੇ ਦਾ ਸੀ, ਪਰ ਹੁਣ ਦੇਖਿਆ ਜਾ ਰਿਹਾ ਕਿ ਉਹਨਾਂ ਦੇ ਵਿੱਚ ਤਬਦੀਲੀਆਂ ਕੀਤੀਆਂ ਜਾਂਦੀਆਂ ਨੇ, ਪਰ ਕੁਝ ਜਗ੍ਹਾ ਤੇ ਅਜਿਹੀਆਂ ਇਮਾਰਤਾਂ ਵੀ ਨੇ ਜੋ ਕਿ ਖਸਤਾ ਹੁੰਦੀਆਂ ਜਾ ਰਹੀਆਂ ਨੇ। ਆਮ ਤੌਰ ਤੇ ਪਾਰਕ ਬਣ ਜਾਂਦੇ ਨੇ, ਹਾਲ ਬਣ ਜਾਂਦੇ ਨੇ, ਧਰਮਸ਼ਾਲਾਵਾਂ ਬਣ ਜਾਂਦੀਆਂ ਨੇ, ਹਸਪੀਟਲ ਬਣ ਜਾਂਦੇ ਨੇ, ਉਹਨਾਂ ਦੀ ਸਾਂਭ ਸੰਭਾਲ ਵਾਸਤੇ ਕੱਖ ਨਹੀਂ ਕੀਤਾ ਜਾਂਦਾ, ਪਰ ਇਹਨਾਂ ਨੂੰ ਸਾਂਭਣਾ ਬਹੁਤ ਜ਼ਰੂਰੀ ਹੈ। ਜਾਂ ਫਿਰ ਪ੍ਰਾਈਵੇਟ ਸੰਸਥਾਵਾਂ ਨੂੰ ਦੇ ਦਿਓ, ਉਹ ਇਹਦੀ ਸਾਂਭ ਸੰਭਾਲ ਕਰ ਲੈਣ। ਸਮਾਜ ਸੇਵੀ ਸੰਸਥਾਵਾਂ ਬਹੁਤ ਨੇ, ਦਾਨੀਆਂ ਦਾ ਕੋਈ ਘਾਟ ਨਹੀਂ, ਪਰ ਜਿਹੜਾ ਬੰਦਾ ਪੈਸੇ ਦਿੰਦਾ ਉਹਨੂੰ ਇਹ ਪਤਾ ਲੱਗ ਜੇ ਕਿ ਮੇਰੇ ਪੈਸੇ ਸਹੀ ਥਾਂ ਤੇ ਲਾਏ ਜਾ ਰਹੇ ਹੈ ਤਾਂ ਮੈਂ ਨਹੀਂ ਸਮਝਦਾ ਕਿ ਕੋਈ ਘਾਟ ਹੋਵੇਗੀ। ਦਿੱਲੀ ਦੀਆਂ ਨਗਰ ਨਿਗਮ ਦੀਆਂ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਅਪ੍ਰੈਲ ਦੇ ਵਿੱਚ ਇਹ ਚੋਣਾਂ ਹੋਣਗੀਆਂ। 3 ਵਾਰ ਅਰਵਿੰਦ ਕੇਜਰੀਵਾਲ ਦੀ ਸਰਕਾਰ ਹੋਣ ਦੇ ਬਾਵਜੂਦ ਨਾ ਤਾਂ ਅਰਵਿੰਦ ਕੇਜਰੀਵਾਲ ਅਜੇ ਤੱਕ ਕੋਈ ਮੈਂਬਰ ਪਾਰਲੀਮੈਂਟ ਬਣਾ ਸਕਿਆ ਉੱਥੇ ਜੀ, ਨਾ ਬਹੁ ਗਿਣਤੀ ਵਿੱਚ ਨਗਰ ਨਿਗਮਾਂ ਦੇ ਵਿੱਚ ਆਪਣੀ ਨੁਮਾਇੰਦਗੀ ਕਰ ਸਕਿਆਗਾ। ਅਪ੍ਰੈਲ ਦੇ ਵਿੱਚ ਚੋਣਾਂ ਆ ਰਹੀਆਂ ਨੇ, ਉੱਥੇ ਹੋਰ ਤਾਂ ਭਾਵੇਂ ਕੋਈ ਨਾ ਹੋਵੇ, ਭਾਰਤੀ ਜਨਤਾ ਪਾਰਟੀ, ਕਾਂਗਰਸ, ਆਮ ਆਦਮੀ ਪਾਰਟੀ ਤੇ ਅਕਾਲੀ ਦਲ ਉੱਥੇ ਲੜਦਾ ਹੁੰਦਾ ਸੀ। ਹੁਣ ਅਕਾਲੀ ਦਲ ਦੇ ਵੱਡੇ ਆਗੂ ਆ ਜਿਹੜੇ ਭਾਰਤੀ ਜਨਤਾ ਪਾਰਟੀ ਪਾਸੇ ਵੱਲ ਜਾ ਚੁੱਕੇ ਨੇ ਔਰ ਬਹੁਤਿਆਂ ਚੋਂ ਕਈਆਂ ਦੀਆਂ ਘਰ ਵਾਲੀਆਂ ਭਾਰਤੀ ਜਨਤਾ ਪਾਰਟੀ ਦੇ ਟਿਕਟ ਤੇ ਲੜ ਕੇ ਉੱਥੇ ਨਗਰ ਨਿਗਮ ਦੀਆਂ ਮੈਂਬਰ ਵੀ ਨੇ। ਜੀ ਜੀ ਸਤਿ ਸ਼੍ਰੀ ਅਕਾਲ, ਮੈਂ ਰੀਨਾ ਧੀਮਾਨ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਇੱਕ ਮੇਰੀ ਵੀ ਸੁਣੋ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਚਰਚਾ ਕਰਦੇ ਹਾਂ ਤੇ ਅੱਜ ਦੇ ਵਿਸ਼ੇ ਉਹ ਵੀ ਕਾਫੀ ਅਹਿਮ ਰਹਿਣ ਵਾਲੇ ਨੇ ਜਿਸ ਤੇ ਚਰਚਾ ਕਰਾਂਗੇ ਸ਼੍ਰੀ ਕਰਤਾਰਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਇੱਕ ਬਹੁਤ ਹੀ ਵਧੀਆ ਖਬਰ ਹੈ। ਹੋਣਾ ਵੀ ਚਾਹੀਦਾ। ਉੱਥੇ ਸ਼ਰਧਾਲੂ ਸ਼ਰਧਾ ਦੇ ਮੁਤਾਬਿਕ ਉੱਥੇ ਪਹੁੰਚਦੇ ਨੇ ਤੇ ਉੱਥੇ ਜਿਹੜੀ ਇੱਕ ਗੱਲ ਸਾਹਮਣੇ ਆਈ ਹੈ, ਇੱਕ ਖਬਰ ਸਾਹਮਣੇ ਆਈ ਹੈ ਕਿ ਬਾਬੇ ਨਾਨਕ ਦੇ ਖੇਤਾਂ 'ਚੋਂ ਪੈਦਾ ਹੋਏ ਅਨਾਜ ਦਾ ਹੀ ਲੰਗਰ ਲਗਾਇਆ ਜਾਵੇਗਾ। ਇਸ ਤੇ ਚਰਚਾ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਕਿ 1 ਅਪ੍ਰੈਲ ਤੋਂ ਕਣਕ ਦੀ ਖਰੀਦ ਵੀ ਸ਼ੁਰੂ ਹੋਣ ਵਾਲੀ ਹੈ ਤੇ ਇਸ ਤੇ ਚਰਚਾ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਜੋ ਕਿ ਅਪ੍ਰੈਲ ਦੇ ਵਿੱਚ ਹੋਣਗੀਆਂ। ਇਸ ਤੋਂ ਇਲਾਵਾ ਹੋਰ ਵੀ ਕਈ ਅਹਿਮ ਮੁੱਦੇ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਇਹਨਾਂ ਸਾਰੇ ਮੁੱਦਿਆਂ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ। ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਢਿੱਲੋਂ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਬਹੁਤ-ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਰੀਨਾ ਜੀ। ਜੀ ਢਿੱਲੋਂ ਜੀ, ਸਭ ਤੋਂ ਪਹਿਲਾਂ ਅਸੀਂ ਚਰਚਾ ਕਰਾਂਗੇ ਜੋ ਕਿ ਬਹੁਤ ਹੀ ਵਧੀਆ ਗੱਲ ਹੈ ਕਿ ਸ਼੍ਰੀ ਕਰਤਾਰਪੁਰ ਸਾਹਿਬ ਜਾਣ ਵਾਲੀਆਂ ਜਿੰਨੀਆਂ ਵੀ ਸੰਗਤਾਂ ਹੋਣਗੀਆਂ ਉਹਨਾਂ ਨੂੰ ਬਾਬੇ ਨਾਨਕ ਦੇ ਖੇਤਾਂ ਦੇ ਵਿੱਚ ਜੋ ਅਨਾਜ ਪੈਦਾ ਹੋਇਆ ਉਸ ਦਾ ਹੀ ਲੰਗਰ ਛਕਾਇਆ ਜਾਵੇਗਾ। ਇਹ ਦੋ ਖਬਰਾਂ ਇਕੱਠੀਆਂ ਜੁੜ ਗਈਆਂ ਰੀਨਾ ਜੀ। ਇੱਕ ਤਾਂ ਕੱਲ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੋਂ ਇਹ ਹੈਗੇ ਨਰੋਲ ਸੇਵਾ ਸੰਸਥਾ ਜੀ, ਜਿਹਦੇ ਮੁੱਖ ਸੇਵਾਦਾਰ ਨੇ ਡਾਕਟਰ ਜਗਦੀਪ ਸਿੰਘ। ਉਹਨਾਂ ਨੇ ਪਾਕਿਸਤਾਨ ਦੀ ਸਰਕਾਰ ਨਾਲ ਤਾਲਮੇਲ ਕੀਤਾ, ਇੱਕ ਨਗਰ ਕੀਰਤਨ ਕਰਤਾਰਪੁਰ ਸਾਹਿਬ ਦੇ ਰਸਤੇ ਉੱਥੇ ਤੱਕ ਪਹੁੰਚਿਆ, ਜਿਹਦਾ ਬਕਾਇਦਾ ਤੌਰ ਦੇ ਉੱਤੇ ਕਾਫੀ ਵੱਡੀ ਪੱਧਰ ਦੇ ਵਿੱਚ ਸੰਗਤਾਂ ਨੇ ਸਵਾਗਤ ਕੀਤਾ, ਫੁੱਲ ਬਰਸਾਏ ਗਏ। ਸਾਡੇ ਭਾਰਤ ਸਰਕਾਰ ਦੇ ਸਾਬਕਾ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਰਹੇ ਨੇ ਸਰਦਾਰ ਤਰਲੋਚਨ ਸਿੰਘ ਜੀ। ਸਰਦਾਰ ਤਰਲੋਚਨ ਸਿੰਘ ਨੇ ਇਹ ਗੱਲ ਉਠਾਈ। ਬਹੁਤ ਸਾਰੇ ਲੋਕ ਸਾਡੇ ਇੱਧਰੋਂ ਕਹਿ ਰਹੇ ਨੇ ਕਿ 20 ਰੁਪਏ ਜਿਹੜਾ $20 ਰੱਖਿਆ ਗਿਆ ਇਹਨੂੰ ਬੰਦ ਕੀਤਾ ਜਾਵੇ। ਸਰਦਾਰ ਤਰਲੋਚਨ ਸਿੰਘ ਕਹਿੰਦੇ ਨੇ ਕਿ ਉਹਨਾਂ ਨੇ ਬਹੁਤ ਵਿਕਾਸ ਕਰਾਇਆ ਉੱਧਰ, ਅਸੀਂ ਹੋਰ ਚੀਜ਼ਾਂ ਦੇ ਉੱਤੇ ਤਾਂ ਕਿੰਨੇ ਪੈਸੇ ਖਰਚ ਸਕਦੇ ਹਾਂ ਤੇ $20 ਕਿਉਂ ਨਹੀਂ ਦੇ ਸਕਦੇ। ਉਹਨਾਂ ਦੀਆਂ ਬੱਸਾਂ ਸਾਨੂੰ ਮੁਫਤ ਲੈ ਕੇ ਜਾਂਦੀਆਂ ਨੇ ਉਹਦੇ ਵਿੱਚ ਬਿਠਾ ਕੇ। ਇੱਕ ਵਾਰ ਮੈਨੂੰ ਯਾਦ ਹੈ ਕਿ ਪਿਛਲੇ ਸਾਲ ਸਾਡੇ ਮਿੱਤਰ ਵੀ ਉਹਦੇ ਵਿੱਚ ਬੈਠ ਕੇ ਗਏ ਤਾਂ ਕਿਸੇ ਨੇ ਅੱਗੋਂ ਗੱਲ ਕਹਿਤੀ, ਉਹ ਯਾਰ ਪਾਕਿਸਤਾਨ ਵਾਲਿਆਂ ਨੂੰ $20 ਨਾ ਮਾਫ ਕਰਨੇ ਚਾਹੀਦੇ ਨੇ। ਬੱਸ ਚਾਲਕ ਨੇ ਬੱਸ ਰੋਕ ਲਈ, ਕਹਿੰਦੇ ਸਰਦਾਰ ਜੀ ਕਿਹਨੂੰ $20 ਚੁੱਭਦੇ ਨੇ, ਆ $20 ਮੇਰੇ ਤੋਂ ਲੈ ਲਓ।
ਅਸੀਂ ਕਿਉਂ ਇਹ ਭੁੱਖ ਦਿਖਾਉਂਦੇ ਹਾਂ ਉੱਥੇ ਜਾ ਕੇ? ਜਾਂ ਤਾਂ ਆ ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਂਭੀ ਵੀ ਹੈ ਇਹ ਕਰਦੇ ਨੇ ਕਿ ਉਹ $20 ਅਸੀਂ ਦੇਵਾਂਗੇ, ਜਦੋਂ ਸਾਡੀ ਸਮਰੱਥਾ ਹੈ। ਜਿਹੜੇ ਬੰਦੇ ਦੀ ਸਮਰੱਥਾ ਨਹੀਂ ਹੈਗੀ ਉਹਨੂੰ ਮੇਰਾ ਖਿਆਲ ਹੈ ਇਹਨੂੰ ਸ਼੍ਰੋਮਣੀ ਕਮੇਟੀ ਨੂੰ ਕਰਨਾ ਚਾਹੀਦਾ ਕਿ ਅਸੀਂ ਦੇਵਾਂਗੇ ਤੁਹਾਡੀ। ਜਿਹੜੇ 80 ਲੋਕ ਹੈ, ਸਾਡਾ ਗੁਜ਼ਾਰਾ ਚੱਲਦਾ ਹੈ, $20 ਕਿੰਨਾ ਬਣਿਆ? 1500 ਰੁਪਇਆ ਬਣਿਆ। ਜਦੋਂ ਅਸੀਂ ਐਡੀ ਤੌਰ ਤੇ ਜਾਂਦੇ ਹਾਂ ਤਾਂ $20 ਕੋਈ ਵੱਡੀ ਗੱਲ ਨਹੀਂ। ਜਿਹੜਾ ਨਹੀਂ ਖਰਚ ਸਕਦਾ ਉਹਨੂੰ ਜ਼ਰੂਰ ਹੈਲਪ ਕਰਨੀ ਚਾਹੀਦੀ ਹੈ, ਉਹਦੀ ਸਹਾਇਤਾ ਕਰਨੀ ਚਾਹੀਦੀ ਹੈ। ਤੁਸੀਂ ਗੱਲ ਕੀਤੀ ਕਿ ਬਾਬੇ ਨਾਨਕ ਦਾ ਜਿਹੜਾ ਖੇਤਾਂ ਦੇ ਵਿੱਚ ਉਹਨਾਂ ਨੇ ਆਪਣੇ ਹੱਥਾਂ ਦੇ ਨਾਲ ਹਲ ਵਾਹਿਆ, ਬਾਬੇ ਨਾਨਕ ਨੇ ਲੋਕਾਂ ਨੂੰ ਉਹੀ ਕੁਝ ਕਰਕੇ ਦਿਖਾਇਆ ਜਿਹੜਾ ਹੱਥੀਂ ਹੋ ਸਕਦਾ ਸੀ। ਪ੍ਰੈਕਟੀਕਲ ਵਿਗਿਆਨਕ ਤੌਰ ਤੇ ਸਾਰਾ ਕੁਝ ਕਿਹਾ। ਅਸੀਂ ਅੱਜ ਕਹਿੰਦੇ ਹਾਂ ਕਿ ਕਿੰਨੇ ਗ੍ਰਹਿ ਨੇ, ਫਲਾਨਾ ਨੇ, ਢਿਮਕਾ ਨੇ, ਤੇ ਬਾਬਾ ਕਹਿੰਦਾ ਜਪਜੀ ਸਾਹਿਬ ਦੇ ਵਿੱਚ ਧਰਤੀ ਹੋਰ ਪਰੈ ਹੋਰ ਤਿਸ ਤੇ ਭਾਰ ਤਲੈ ਕਵਨ ਜੋਰ, ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ। ਇਹ ਸਾਰਾ ਕੁਝ ਉਹਨਾਂ ਨੇ ਜਪਜੀ ਸਾਹਿਬ ਦੇ ਵਿੱਚ ਵਰਣਨ ਕੀਤਾ ਕਿ ਜਿਹੜੀ ਇਹ ਧਰਤੀ ਹੈ ਅੱਜ ਤੋਂ 550 ਸਾਲ ਪਹਿਲਾਂ ਕਹਿ ਗਏ ਉਹ, ਜਿਹਦੇ ਤੇ ਵਿਗਿਆਨੀ ਅੱਜ ਲੱਭਦੇ ਫਿਰਦੇ ਨੇ ਮੰਗਲ ਗ੍ਰਹਿ ਆ, ਫਲਾਨਾ ਗ੍ਰਹਿ ਆ, ਢਿਮਕਾ ਗ੍ਰਹਿ ਆ। ਉੱਥੋਂ ਦੇ ਪਾਕਿਸਤਾਨ SGPC ਦੇ ਮੈਂਬਰ ਨੇ ਇੰਦਰਜੀਤ ਸਿੰਘ ਜੀ, ਉਹਨਾਂ ਨੇ ਅੱਜ ਕੱਲ੍ਹ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਜਦੋਂ ਇਹ ਨਗਰ ਕੀਰਤਨ ਉੱਥੇ ਜਾ ਰਿਹਾ ਸੀ, ਤੇ ਕਿ ਅਗਲੇ ਸਮੇਂ ਦੇ ਦੌਰਾਨ ਜਿਹੜਾ ਕਰਤਾਰਪੁਰ ਸਾਹਿਬ ਦੇ ਵਿੱਚ ਗੁਰੂ ਕਾ ਲੰਗਰ ਚੱਲੇਗਾ ਉਹ ਬਾਬੇ ਨਾਨਕ ਦੇ ਖੇਤਾਂ ਤੋਂ ਪੈਦਾ ਹੋਏ ਅਨਾਜ ਨਾਲ, ਭਾਵ ਉੱਥੋਂ ਦੀ ਕਣਕ ਨਾਲ ਚੱਲੇਗਾ। ਔਰ ਨਾਲ ਦਾਅਵਾ ਕੀਤਾ ਕਿ ਇਹ ਉਹ ਕਣਕ ਹੋਵੇਗੀ ਜਿਹਦੇ ਉੱਤੇ ਕਿਸੇ ਕਿਸਮ ਦਾ ਕੋਈ ਰਸਾਇਣ ਨਹੀਂ ਪਾਇਆ ਜਾਵੇਗਾ, ਕੁਦਰਤੀ ਖੇਤੀ ਦੇ ਨਾਲ ਕਰਾਂਗੇ। ਬਹੁਤ ਵੱਡੀ ਗੱਲ ਹੈ। ਅਸੀਂ ਕੋਈ ਚੀਜ਼ ਪੁਰਾਣੀਆਂ ਬਚਾ ਕੇ ਰੱਖੀਆਂ ਨੇ। ਆ ਸਾਰੇ ਗੁਰਦੁਆਰਿਆਂ ਦੇ ਵਿੱਚ ਇੱਕੋ ਜਿਹਾ ਚਿੱਟਾ ਸੰਗਮਰਮਰ ਲਾਤਾ। ਮੇਰਾ ਇੱਕ ਮਿੱਤਰ ਜਰਮਨ ਤੋਂ ਆਇਆ, ਵਾਹਵਾ ਚਿਰ ਤੋਂ ਉੱਥੇ ਹੀ ਰਹਿੰਦਾ ਸੀ। ਉਹਨੇ ਮੈਨੂੰ ਕਹਿੰਦਾ ਵੀ ਦੁਖਨਿਵਾਰਨ ਸਾਹਿਬ ਦਾ ਤੁਹਾਡਾ ਚਲੋ ਇੱਥੇ ਆਪਾਂ ਜਾਏ ਹੁੰਦੇ ਹਾਂ। ਉਹ ਮੋਤੀ ਬਾਗ ਸਾਹਿਬ ਗਿਆ, ਫਤਿਹਗੜ੍ਹ ਸਾਹਿਬ ਗਿਆ, ਅੰਮ੍ਰਿਤਸਰ ਵੀ ਗਿਆ। ਮੈਨੂੰ ਕਹਿੰਦਾ ਢਿੱਲੋਂ ਟੈਲ ਮੀ ਵਨ ਥਿੰਗ, ਕਹਿੰਦਾ ਯੂ ਆਰ ਆਲ ਦਾ ਗੁਰਦੁਆਰਾਜ਼ ਹੈਵ ਔਨ ਦਾ ਸੇਮ ਮੈਪ। ਅਸੀਂ ਦੇਖਿਆ ਜਿਹੜਾ ਦੁਖਨਿਵਾਰਨ ਸਾਹਿਬ ਦੇ ਅੱਗੋਂ ਦੀ ਸੜਕ ਜਾਂਦੀ ਹੈ ਸਟੇਸ਼ਨ ਤੋਂ, ਇਹ ਜਿੱਥੇ ਇਹਨਾਂ ਨੇ ਡਿਊਟੀ ਪਾਤੀ ਇਹਦੇ ਮੂਹਰ ਦੀ ਲੰਘਿਆ ਕਰਦੀ ਸੀ। ਇੱਥੇ ਇੱਕ ਬੋਹੜ ਦਾ ਦਰਖਤ ਸੀ ਜਿਹਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਗੁਰੂ ਸਾਹਿਬ ਉਹਦੇ ਥੱਲੇ ਆ ਕੇ ਬੈਠੇ ਸਨ, ਉਹ ਇਹਨਾਂ ਨੇ ਖਤਮ ਕਰਤਾ। ਇਹਨਾਂ ਨੇ ਸਾਰੇ ਗੁਰਦੁਆਰਾ ਸਾਹਿਬਾਨਾਂ ਦੇ ਉੱਤੇ ਚਿੱਟਾ ਮਾਰਬਲ ਲਾਤਾ, ਪੱਥਰ ਲਾਤਾ, ਸੰਗਮਰਮਰ ਜੀ। ਰੀਨਾ ਮੈਂ ਤੁਹਾਨੂੰ ਦੱਸਾਂ, ਮੈਂ ਸਾਇੰਸ ਪੜ੍ਹੀ ਹੈ ਜੀ। ਤੁਸੀਂ ਕਿਸੇ ਦਿਨ ਹੁਣ ਮਈ ਆਉਣ ਵਾਲਾ ਹੈ, ਦੁਪਹਿਰ ਦੇ ਟਾਈਮ ਜਾ ਕੇ ਦੇਖਿਓ, ਤੁਸੀਂ ਬਗੈਰ ਗੋਗਲ ਲਾਏ ਤੋਂ ਪੱਥਰ ਤੇ ਉੱਥੇ ਤੁਰ ਨਹੀਂ ਸਕਦੇ, ਕਿਉਂਕਿ ਜਿਹੜੇ ਤੇਜ਼ ਵੇਗ ਦੇ ਨਾਲ ਜਿਹੜੀਆਂ ਸੂਰਜ ਦੀਆਂ ਕਿਰਨਾਂ ਉਹ ਥੱਲੇ ਪੈਂਦੀਆਂ ਨੇ, ਉੱਥੋਂ ਰਿਫਲੈਕਟ ਹੋ ਕੇ ਤੁਹਾਡੀਆਂ ਅੱਖਾਂ 'ਚ ਪੈਂਦੇ ਨੇ। ਤੁਸੀਂ ਇਹਨਾਂ ਚੀਜ਼ਾਂ ਨੂੰ ਅੱਜ ਕੱਲ੍ਹ ਤਾਂ ਅੰਤਰਰਾਸ਼ਟਰੀ ਪੱਧਰ ਤੇ ਬਹੁਤ ਹੋ ਗਿਆ, ਮੈਂ ਕੋਈ ਨੁਕਤਾਚੀਨੀ ਨਹੀਂ ਕਰਦਾ, ਪਰ ਕਈ ਚੀਜ਼ਾਂ ਜਿਹੜੀਆਂ ਸਾਡੇ ਗੁਰਦੁਆਰਾ ਸਾਹਿਬਾਨਾਂ ਦੇ ਪੁਰਾਣੇ ਸੀ, ਜਿਵੇਂ ਦੁੱਖ ਭੰਜਨੀ ਬੇਰੀ ਅਸੀਂ ਅਜੇ ਤੱਕ ਸਾਂਭੀ ਹੋਈ ਹੈ, ਤਾਂ ਜਿਹੜੀਆਂ ਪੁਰਾਣੀਆਂ ਇਮਾਰਤਾਂ ਸੀ ਉਹ ਸਾਂਭਣੀਆਂ ਚਾਹੀਦੀਆਂ ਸੀ। ਵਿਦੇਸ਼ਾਂ ਦੇ ਵਿੱਚ ਉਹਨਾਂ 'ਤੇ ਲੱਖਾਂ ਰੁਪਈਆ ਲਾ ਦਿੰਦੇ ਨੇ, ਅਸੀਂ ਸਾਂਭਦੇ ਨਹੀਂ। ਅਸੀਂ ਉਹ ਜਿਵੇਂ ਉਹਨੇ ਕਿਹਾ, ਕਹਿੰਦਾ ਤੁਹਾਡੇ ਸਾਰੇ ਗੁਰਦੁਆਰੇ ਇੱਕੋ ਨਕਸ਼ੇ 'ਤੇ ਬਣੇ ਹੋਏ ਨੇ, ਇਹਦਾ ਮਤਲਬ ਇੱਕੋ ਹੀ ਆਰਕੀਟੈਕਟ ਹੈ। ਮੈਂ ਕਿਹਾ ਹਾਂ ਜੀ, ਕਾਰ ਸੇਵਾ ਵਾਲੇ ਬਾਬੇ। ਕਈ ਸਾਲ ਪਹਿਲਾਂ ਇੱਕ ਵਾਰੀ ਕੈਪਟਨ ਅਮਰਿੰਦਰ ਸਿੰਘ ਪ੍ਰੈਸ ਕਾਨਫਰੰਸ 'ਚ ਕਹਿਣ ਲੱਗੇ, ਮੇਰਾ ਹੱਸਣ ਲੱਗ ਗਏ, ਮੈਨੂੰ ਕਹਿੰਦੇ ਢਿੱਲੋਂ ਮੈਨੂੰ ਐਂ ਦੱਸ ਇਹ ਸੜਕਾਂ ਦੀ ਦਸ਼ਾ ਕਿਵੇਂ ਸੁਧਾਰੀ ਜਾ ਸਕਦੀ ਹੈ? ਮੈਂ ਕਿਹਾ ਜੀ ਕਾਰ ਸੇਵਾ ਵਾਲੇ ਬਾਬਿਆਂ ਨੂੰ ਦੇ ਦਿਓ, ਟੁਕਰਾ ਮੰਗ ਕੀ ਰਾਕੀ ਮੰਗ ਲੈਣਗੇ। ਉਹ ਜੇ 100 ਰੁਪਇਆ ਮੰਗਣਗੇ, ਬੰਦਾ 200 ਦੇ ਕੇ ਜਾਊ, ਤੁਹਾਨੂੰ ਟੋਲ ਟੈਕਸ ਲਾਉਣ ਦੀ ਲੋੜ ਹੀ ਨਹੀਂ। ਕਹਿੰਦੇ ਹਸਪਤਾਲ ਵੀ ਬਣਾਏ ਜਾ ਸਕਦੇ ਆ। ਮੈਂ ਕਿਹਾ ਜੀ ਬਿਲਕੁਲ ਬਣਾਏ ਜਾ ਸਕਦੇ ਆ, ਦਿਓ ਇਹਨਾਂ ਨੂੰ, ਥੋੜਾ ਹਸਪਤਾਲ ਵੀ ਬਣਾ ਦੇਣਗੇ। ਮੈਂ ਕਿਹਾ ਕਿਤੇ ਤੁਸੀਂ ਇਹ ਨਾ ਕਹਿ ਦਿਓ ਕਿ ਸਰਕਾਰ ਵੀ ਚਲਾ ਸਕਦੇ ਆ ਇਹ।
ਕਿਤੇ ਉਹ ਆ ਕੇ ਪਹਿਲਾਂ ਹੀ ਬਹਿ ਜਾਣ ਕਿ ਹਾਂ ਅਸੀਂ ਸਰਕਾਰ ਚਲਾਉਣ ਨੂੰ ਤਿਆਰ ਹੈ, ਫਿਰ ਤੁਹਾਨੂੰ ਛੱਡਣੀ ਪੈ ਜਾਵੇ ਜੀ। ਮੇਰੇ ਕਹਿਣ ਦਾ ਮਤਲਬ ਕਿ ਜਿਹੜੀਆਂ ਚੀਜ਼ਾਂ ਸਾਡੀਆਂ ਪ੍ਰਮੁੱਖਤਾ ਸੀ, ਜਿਵੇਂ ਅੱਜ ਗੱਲ ਕੀਤੀ ਹੈ ਜੀ, ਇੱਕ ਅਖਬਾਰ ਨੇ ਬਹੁਤ ਪ੍ਰਮੁੱਖਤਾ ਦੇ ਨਾਲ ਛਾਪਿਆ ਹੈ ਕਿ ਜਿਹੜੀ ਸਬਸਿਡੀ 7500 ਕਰੋੜ ਦੀ ਸਾਲ ਦੀ ਅਸੀਂ ਕਿਸਾਨਾਂ ਨੂੰ ਦਿੰਨੇ ਆ ਜੀ, ਉਹ ਕਿਸਾਨਾਂ ਦਾ ਸਦਾ ਵਾਸਤੇ ਮਸਲਾ ਹੱਲ ਹੋ ਜਾਏਗਾ। ਇਹਨਾਂ ਦੇ ਟਿਊਬਵੈੱਲ ਸੋਲਰ ਸੌਰ ਊਰਜਾ ਤੇ ਕਰ ਦਿਓ, ਸੂਰਜੀ ਊਰਜਾ ਤੇ ਕਰ ਦਿਓ, ਨਾਲ ਤਾਂ ਤੁਹਾਡੀ ਇੱਕ ਥਾਂ ਤੇ ਜਾ ਕੇ ਇਹ ਸਬਸਿਡੀ ਦਾ ਬੋਝ ਖਤਮ ਹੋ ਜਾਏਗਾ, ਨਾਲੇ ਕਿਸਾਨ ਦਾ ਟਿਊਬਵੈੱਲ ਸੌਰ ਊਰਜਾ ਤੇ ਸੂਰਜੀ ਊਰਜਾ ਤੇ ਚੱਲਣ ਵਾਲਾ ਆਪਣਾ ਹੋ ਜਾਏਗਾ, ਉਹਦੀ ਆਪਣੀ ਮਲਕੀਅਤ ਹੋ ਜਾਏਗੀ, ਉਹ 'ਚ ਫਾਲਟ ਵੀ ਘੱਟ ਪਵੇਗਾ। ਮੈਨੂੰ ਯਾਦ ਆ ਇੱਥੇ ਬਲਦੇਵ ਸਿੰਘ ਮਾਨ ਹੁੰਦੇ ਸੀਗੇ ਬਿਜਲੀ ਬੋਰਡ ਦੇ ਮੈਂਬਰ ਪ੍ਰਬੰਧਕੀ ਜੀ, ਉਹਨਾਂ ਨੇ ਆਪਦੇ ਟਰਾਂਸਫਾਰਮਰ ਵਾਲੀ ਗੱਲ ਸ਼ੁਰੂ ਕੀਤੀ ਨਹੀਂ। ਆਮ ਤੌਰ ਤੇ ਕੀ ਹੁੰਦਾ ਸੀ ਕਿ ਇੱਕ ਲਾਈਨ ਤੇ ਜੇ ਟਰਾਂਸਫਾਰਮਰ 100 ਦਾ ਰੱਖਿਆ ਵਾ ਉਹ ਤੇ 5 ਮੋਟਰਾਂ ਚੱਲਦੀਆਂ ਨੇ, 10-10 ਦੀਆਂ 10 ਚੱਲ ਸਕਦੇ ਹਾਂ ਅਸੀਂ 100 ਤੇ, ਤਾਂ ਇੱਕ ਤੇ ਫਾਲਟ ਪੈ ਗਿਆ ਟਰਾਂਸਫਾਰਮਰ ਤੇ 10 ਦੀਆਂ 10 ਮੋਟਰਾਂ ਖੜ ਜਾਂਦੀਆਂ ਸੀ। ਉਹਨਾਂ ਨੇ ਸ਼ੁਰੂਆਤ ਕਰਾਈ ਕਿ ਤੁਸੀਂ ਆਪਣਾ ਟਰਾਂਸਫਾਰਮਰ ਆਪ ਰੱਖ ਲਓ। ਉਸ ਲਾਈਨ ਤੇ ਜੇ ਇੱਕ ਟਰਾਂਸਫਾਰਮਰ ਸੜੇਗਾ ਤਾਂ ਬਾਕੀ ਮੋਟਰਾਂ ਨਹੀਂ ਸੜਨਗੀਆਂ। ਚੰਗੀ ਸਕੀਮ ਸੀ ਜੀ, ਤੇ ਚੰਗੀ ਸਕੀਮ ਸਾਨੂੰ ਅਪਣਾਉਣੀ ਚਾਹੀਦੀ ਹੈ। ਜਿਵੇਂ ਅੱਜ ਸਰਵੇ ਦੇ ਵਿੱਚ ਕਿਹਾ ਕਿ 7500 ਕਰੋੜ ਦੀ ਸਬਸਿਡੀ ਵੱਧ ਤੋਂ ਵੱਧ 10 ਸਾਲਾਂ ਚ ਲਾ ਦਿਆਂਗੇ ਅਸੀਂ ਸਾਰੇ, ਲੇਕਿਨ ਮੁੜ ਕੇ ਉਹ ਸਬਸਿਡੀ ਦਾ ਬੋਝ ਸਰਕਾਰ ਤੇ ਤਾਂ ਨਹੀਂ ਰਹੇਗਾ ਜੀ, ਤੇ ਨਾ ਕਿਸਾਨਾਂ ਤੇ ਪਵੇਗਾ। ਕਿਸਾਨਾਂ ਨੂੰ ਮੁਫਤ ਦੇ ਵਿੱਚ ਸੋਲਰ ਊਰਜਾ ਮਿਲ ਗਈ ਤੇ ਬਿਜਲੀ ਬੋਰਡ ਨੂੰ ਤੇ ਪੰਜਾਬ ਸਰਕਾਰ ਨੂੰ ਉਹਦਾ ਬੋਝ ਮੁਕਤ ਹੋ ਗਿਆ। ਜੀ 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 ਢਿੱਲੋਂ ਜੀ, ਗੱਲਬਾਤ ਕਰਾਂਗੇ ਕਿ ਪੰਜ ਪਿਆਰਿਆਂ ਦੀ ਯਾਦ ਦੇ ਵਿੱਚ ਬਣੇ ਪਾਰਕ ਦੀ ਜਿਹੜੀ ਹਾਲਤ ਆ ਉਹ ਕਾਫੀ ਖਸਤਾ ਹੋ ਗਈ ਹੈ। ਇੱਕ ਪਾਸੇ ਅਸੀਂ ਗੱਲ ਕਰਦੇ ਹਾਂ ਕਿ ਵਾਕਈ ਜਿੰਨੀਆਂ ਵੀ ਸਾਡੀਆਂ ਪੁਰਾਣੀਆਂ ਇਤਿਹਾਸਿਕ ਇਮਾਰਤਾਂ ਨੇ ਉਹਨਾਂ ਨੂੰ ਸੰਭਾਲਣਾ ਚਾਹੀਦਾ, ਉਸ ਤਰੀਕੇ ਦੇ ਨਾਲ ਉਹਨਾਂ ਨੂੰ ਰੱਖਣਾ ਚਾਹੀਦਾ ਤਾਂ ਕਿ ਇੱਕ ਯਾਦਗਾਰੀ ਵੀ ਰਹਿੰਦੀ ਹੈ ਕਿ ਜਦੋਂ ਇਹ ਇਤਿਹਾਸਿਕ ਗੁਰਦੁਆਰੇ ਬਣੇ ਸੀ ਜਾਂ ਕੋਈ ਵੀ ਧਾਰਮਿਕ ਸਥਾਨ ਬਣਿਆ ਸੀ ਤਾਂ ਉਹ ਪਹਿਲਾਂ ਇਸ ਤਰੀਕੇ ਦਾ ਸੀ, ਪਰ ਹੁਣ ਦੇਖਿਆ ਜਾ ਰਿਹਾ ਕਿ ਉਹਨਾਂ ਦੇ ਵਿੱਚ ਤਬਦੀਲੀਆਂ ਕੀਤੀਆਂ ਜਾਂਦੀਆਂ ਨੇ, ਪਰ ਕੁਝ ਜਗ੍ਹਾ ਤੇ ਅਜਿਹੀਆਂ ਇਮਾਰਤਾਂ ਵੀ ਨੇ ਜੋ ਕਿ ਖਸਤਾ ਹੁੰਦੀਆਂ ਜਾ ਰਹੀਆਂ ਨੇ। ਪੰਜ ਪਿਆਰਿਆਂ ਦੀ ਯਾਦਗਾਰ ਦੇ ਵਿੱਚ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਇਹ ਪਾਰਕ ਬਣਾਇਆ ਗਿਆ ਸੀ। ਮੇਰਾ ਖਿਆਲ ਇਹ ਉਦੋਂ ਬਣਿਆ ਸੀ 1999 ਦੇ ਵਿੱਚ। ਹਾਂ ਜੀ, 9 ਅਪ੍ਰੈਲ 1999 ਨੂੰ ਇਹਦੇ ਤੇ ਇਹਨੂੰ ਸਥਾਪਿਤ ਕੀਤਾ ਗਿਆ ਸੀ। ਸ਼ਾਇਦ ਇਹ ਵਣ ਵਿਭਾਗ ਵੱਲੋਂ ਕੀਤਾ ਸੀ ਜੀ। ਉੱਥੇ ਇਸ ਵੇਲੇ ਉਹਦੀ ਬਹੁਤ ਖਸਤਾ ਹਾਲਤ ਹੋ ਚੁੱਕੀ ਹੈ। ਆਨੰਦਪੁਰ ਸਾਹਿਬ ਦੀ ਧਰਤੀ ਤੇ ਜਾਲੀ ਬਿੱਲ ਤਾਂ ਪੈ ਸਕਦੇ ਆ ਲੰਗਰ ਦੇ ਕਰੋਨਾ 'ਚ, ਪਰ ਪਾਰਕ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਜੀ। ਇਹ 92 ਲੱਖ ਦੇ ਇਸ਼ਤਿਹਾਰ ਡੇਰਾ ਮੁਖੀ ਦੀ ਫਰਜ਼ੀ ਮਾਫੀ ਦੇ ਉੱਤੇ ਤਾਂ ਲਾ ਸਕਦੇ ਆ, ਪਰ ਐਦਾਂ ਦੇ ਪਾਰਕਾਂ ਨੂੰ ਸਾਂਭਣ ਵਾਸਤੇ ਕੋਈ ਨਹੀਂ। ਜੀ, ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਕੁਝ ਵੀਟੋ ਪਾਵਰ ਵਰਤੋ। ਤੁਹਾਡੇ ਤੋਂ ਆਸਾਂ ਨੇ, ਤੁਸੀਂ ਧਾਰਮਿਕ ਸੰਸਥਾ ਦੇ ਮੁਖੀ ਹੋ ਤੇ ਕਈ ਵਾਰ ਸਰਕਾਰਾਂ ਵੀ ਬਣਾ ਦਿੰਦੀਆਂ ਨੇ, ਪਰ ਸਾਡੇ ਮੁਲਕ ਦੇ ਵਿੱਚ ਸਾਂਭ ਸੰਭਾਲ ਵਾਸਤੇ ਕੋਈ ਫੰਡ ਨਹੀਂ ਰੱਖਿਆ ਜਾਂਦਾ। ਇਹ ਕੰਮ ਤੁਸੀਂ ਕਰ ਲਓ। ਸੰਗਤ ਬਥੇਰਾ ਤੁਹਾਨੂੰ ਚੜਾਵਾ ਦੇ ਰਹੀ ਹੈ, ਤੁਸੀਂ ਕਿਉਂ ਨਹੀਂ ਕਰਦੇ? ਇਹਨਾਂ ਦੀ ਸਾਂਭ ਸੰਭਾਲ ਹੋਣੀ ਚਾਹੀਦੀ ਹੈ, ਜਾਂ ਫਿਰ ਇਹ ਵੀ ਕਾਰ ਸੇਵਾ ਵਾਲੇ ਬਾਬਿਆਂ ਦੇ ਹਵਾਲੇ ਕਰ ਦਿਓ, ਉਹ ਇਹਦੀ ਵੀ ਸਾਂਭ ਸੰਭਾਲ ਕਰ ਲੈਣਗੇ। ਲੋਕਾਂ ਤੋਂ ਟੋਕਰਾ ਰੱਖ ਕੇ ਪੈਸਾ ਮੰਗ ਲੈਣਗੇ। ਸੋ ਰੀਨਾ, ਮੈਂ ਤੁਹਾਨੂੰ ਇਹ ਗੱਲ ਕਹਾਂ ਕਿ ਜਿਹੜੀਆਂ ਚੀਜ਼ਾਂ ਉਸਾਰੀਆਂ ਜਾਂਦੀਆਂ ਨੇ, ਸਰਕਾਰਾਂ ਨੂੰ ਉਹਦਾ ਬਜਟ ਰੱਖਣਾ ਚਾਹੀਦਾ ਹੈ ਕਿ ਅਸੀਂ ਆਹ ਬਜਟ ਇਸ ਦੀ ਸਾਂਭ ਸੰਭਾਲ ਵਾਸਤੇ ਰੱਖਿਆ। ਆਮ ਤੌਰ ਤੇ ਪਾਰਕ ਬਣ ਜਾਂਦੇ ਨੇ, ਹਾਲ ਬਣ ਜਾਂਦੇ ਨੇ, ਧਰਮਸ਼ਾਲਾਵਾਂ ਬਣ ਜਾਂਦੀਆਂ ਨੇ, ਹਸਪੀਟਲ ਬਣ ਜਾਂਦੇ ਨੇ, ਉਹਨਾਂ ਦੀ ਸਾਂਭ ਸੰਭਾਲ ਵਾਸਤੇ ਕੱਖ ਨਹੀਂ ਕੀਤਾ ਜਾਂਦਾ। ਜੀ, ਸਵਰਗਵਾਸੀ ਸਰਦਾਰ ਬੇਅੰਤ ਸਿੰਘ ਨੇ 1993 ਦੇ ਵਿੱਚ ਸਾਹਿਤ ਸਦਨ ਦੀ ਇਮਾਰਤ ਭਾਸ਼ਾ ਭਾਗ ਦੇ ਵਿੱਚ ਉਸਾਰੀ ਸੀ, ਜਿੱਥੇ 25 ਰੁਪਈਆਂ ਦੇ ਵਿੱਚ ਸਾਹਿਤਕਾਰ ਲੇਖਕ ਨੂੰ ਕਮਰਾ ਏਸੀ ਵਾਲਾ ਮਿਲ ਜਾਂਦਾ ਸੀ। ਉਹਦੇ ਏਸੀ ਉਸੀ ਸਭ ਖਤਮ ਹੋ ਗਏ। ਬੜਾ ਸੁੰਦਰ ਨਕਸ਼ਾ ਸੀ। ਬਾਅਦ ਦੇ ਵਿੱਚ ਦੇਖੋ, ਜਿਹੜਾ ਮੁਲਕ ਆਪਣੇ ਰਾਜ ਆਪਣੇ ਲੇਖਕਾਂ ਸਾਹਿਤਕਾਰਾਂ ਦੀ ਸਾਂਭ ਸੰਭਾਲ ਨਹੀਂ ਕਰ ਸਕਦਾ,
ਉਹਨੇ ਇਤਿਹਾਸ ਕੀ ਸਾਂਭਣਾ। ਇਸੇ ਕਰਕੇ ਤਾਂ ਇਤਿਹਾਸ ਤੇ ਸਾਡੇ ਤੇ ਬਾਹਰਲੇ ਪਾਸਿਓਂ ਹਮਲੇ ਹੋ ਰਹੇ ਆ ਨਾ ਜੀ। ਇਹ ਵੱਡੀ ਗੱਲ ਹੈ, ਇਹ ਰੁਕਣੇ ਚਾਹੀਦੇ ਹੈ। ਸੋ ਰੀਨਾ ਜੀ, ਇਹ ਜਿਹੜੇ ਪਾਰਕ ਦੇ ਵਿੱਚ ਇਹਦੇ ਵਿੱਚ ਬਹੁਤ ਸਾਰੇ ਆਗੂਆਂ ਨੇ, ਜਿਨ੍ਹਾਂ ਦੇ ਵਿੱਚੋਂ ਗੁਰਦਿਆਲ ਸਿੰਘ ਮੁਕਤਸਰ, ਜਤਿੰਦਰ ਸਿੰਘ, ਹਰਵਿੰਦਰ ਕੌਰ ਪਟਿਆਲਾ, ਰਾਮ ਸਿੰਘ ਵਗੈਰਾ ਨੇ ਕਿਹਾ ਕਿ ਇਹ 5 ਪਿਆਰਿਆਂ ਦੀ ਯਾਦ 'ਚ ਬਣਿਆ ਸੀ। ਇਹਦਾ ਘੱਟੋ ਘੱਟ ਸ਼੍ਰੋਮਣੀ ਕਮੇਟੀ ਨੂੰ ਇਹਦਾ ਕੰਮ ਕਰਨਾ ਚਾਹੀਦਾ ਸੀ। ਇਸ ਵੇਲੇ ਪਾਰਕ ਦੀ ਸਾਂਭ ਸੰਭਾਲ ਜੰਗਲਾਤ ਵਿਭਾਗ ਕਰ ਰਿਹਾ ਹੈ। ਜਿਹੜੇ ਜੰਗਲਾਤ ਮੰਤਰੀ ਬਣੇ ਨੇ, ਉਹਨਾਂ ਦੇ ਵੱਡੇ ਅਧਿਕਾਰੀ ਨੇ, ਉਹਨਾਂ ਨੂੰ SGPC ਨਾਲ ਟਾਈ ਅਪ ਕਰ ਲੈਣਾ ਚਾਹੀਦਾ ਹੈ। ਉੱਥੋਂ ਦੇ ਸ਼੍ਰੋਮਣੀ ਕਮੇਟੀ ਮੈਂਬਰ ਨੂੰ ਕਰ ਲੈਣਾ ਚਾਹੀਦਾ। ਹੋਰ ਤਾਂ ਹੋਰ ਛੱਡੋ, ਉੱਥੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਹੈਗੇ ਨੇ, ਉਹਨਾਂ ਨੂੰ ਇਹ ਟੇਕਅਪ ਕਰਨਾ ਚਾਹੀਦਾ ਸ਼੍ਰੋਮਣੀ ਕਮੇਟੀ ਦੇ ਨਾਲ। ਉਹਨਾਂ ਦੀ ਜਵਾਬ ਕਿਹਨੇ ਦੇਣੀ ਹੈ ਜੀ। ਸੋ ਇਹ ਜਿਹੜਾ ਹੈਗਾ, ਇਹ ਬਹੁਤ, ਔਰ ਹੈਰਾਨੀ ਦੀ ਗੱਲ ਇਹ ਹੈ ਕਿ ਉਹਦਾ 3 ਲੱਖ ਰੁਪਏ ਦਾ ਬਿਜਲੀ ਦਾ ਬਿੱਲ ਖੜਾ ਹੈ। ਕਿੰਨੀ ਹੈਰਾਨੀ ਹੁੰਦੀ ਹੈ ਜੀ। ਬਿਲਕੁਲ। 13 ਮਾਰਚ ਨੂੰ ਸਰਕਾਰ ਬਣੀ ਸੀ 2017 ਚ। 23 ਮਾਰਚ ਨੂੰ ਨਵਜੋਤ ਸਿੰਘ ਸਿੱਧੂ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਦੇ ਵਿੱਚ ਜਾਂਦੇ ਨੇ। ਉੱਥੇ ਵੀ ਇੱਕ ਤਰ੍ਹਾਂ ਦਾ ਅਜਾਇਬ ਘਰ ਬਣਿਆ ਵਾ ਉਹਨਾਂ ਦੀ ਯਾਦ 'ਚ। ਉਹਦਾ ਵੀ ਬਿੱਲ ਨਹੀਂ ਸੀ ਕਿਸੇ ਨੇ ਭਰਿਆ ਜੀ। ਜਦੋਂ ਨਵਜੋਤ ਸਿੰਘ ਸਿੱਧੂ ਨੂੰ ਪਤਾ ਲੱਗਿਆ ਕਿ ਇਹਦਾ ਬਿੱਲ ਨਹੀਂ ਭਰਿਆ, 4 ਲੱਖ ਤੇ ਸ਼ਾਇਦ ਲਗਭਗ ਸੀ, ਉਹਨੇ ਆਪਣੇ PA ਤੋਂ ਗੱਡੀ 'ਚੋਂ ਚੈੱਕ ਬੁੱਕ ਮੰਗਵਾਈ ਤੇ ਬਿਜਲੀ ਬੋਰਡ ਨੂੰ ਉਹਦਾ ਭਰਤਾ ਜੀ। ਆ ਜਿਹੜੇ ਕਹਿੰਦੇ ਆ ਕਿ ਅਸੀਂ ਠੇਕਾ ਲਿਆ ਧਰਮ ਦਾ, 10 ਸਾਲ ਸਰਕਾਰ ਰਹੀ ਤੇ ਸੁੱਤੇ ਰਹੇ ਜੀ। ਸੋ ਇਹ ਚੀਜ਼ਾਂ ਬਣ ਤਾਂ ਜਾਂਦੀਆਂ ਨੇ ਰੀਨਾ, ਪਰ ਇਹਨਾਂ ਨੂੰ ਸਾਂਭਣਾ ਬਹੁਤ ਜ਼ਰੂਰੀ ਹੈ। ਜਾਂ ਫਿਰ ਪ੍ਰਾਈਵੇਟ ਸੰਸਥਾਵਾਂ ਨੂੰ ਦੇ ਦਿਓ, ਉਹ ਇਹਦੀ ਸਾਂਭ ਸੰਭਾਲ ਕਰ ਲੈਣ। ਸਮਾਜ ਸੇਵੀ ਸੰਸਥਾਵਾਂ ਬਹੁਤ ਨੇ, ਦਾਨੀਆਂ ਦਾ ਕੋਈ ਘਾਟ ਨਹੀਂ, ਪਰ ਜਿਹੜਾ ਬੰਦਾ ਪੈਸੇ ਦਿੰਦਾ ਉਹਨੂੰ ਇਹ ਪਤਾ ਲੱਗ ਜੇ ਕਿ ਮੇਰੇ ਪੈਸੇ ਸਹੀ ਥਾਂ ਤੇ ਲਾਏ ਜਾ ਰਹੇ ਹੈ, ਤਾਂ ਮੈਂ ਨਹੀਂ ਸਮਝਦਾ ਕਿ ਕੋਈ ਘਾਟ ਹੋਵੇਗੀ। ਜੀ ਢਿੱਲੋਂ ਜੀ, 5 ਸੂਬਿਆਂ ਦੇ ਵਿੱਚ ਚੋਣਾਂ ਹੋਣੀਆਂ ਸੀ, ਜਿਸ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉੱਤਰ ਪ੍ਰਦੇਸ਼ ਦੇ ਵਿੱਚ ਆਖਰੀ ਪੜਾਅ ਦਾ ਮਤਦਾਨ ਹੋਇਆ, ਚੱਲ ਰਿਹਾ ਜੀ। ਜੀ। ਇਸ ਵੇਲੇ ਅੱਜ ਉੱਥੇ ਸਵੇਰੇ 8 ਵਜੇ ਤੋਂ ਵੋਟਾਂ ਪੈ ਰਹੀਆਂ ਨੇ, 5 ਵਜਣ ਵਾਲੇ ਨੇ, 6 ਵਜੇ ਤੱਕ ਵੋਟਾਂ ਪੈਣੀਆਂ ਨੇ, ਵੱਧ ਤੋਂ ਵੱਧ 7 ਵਜੇ ਤੱਕ ਇਹ ਨਿਬੜ ਜਾਣਾ ਹੈ। ਤੇ ਉਸ ਤੋਂ ਬਾਅਦ ਕੱਲ੍ਹ ਨੂੰ ਰੀਨਾ ਜੀ ਆਪਾਂ ਐਗਜ਼ਿਟ ਪੋਲਾਂ ਤੇ ਡਿਸਕਸ ਕਰਾਂਗੇ, ਕਿਉਂਕਿ 7 ਵਜੇ ਤੋਂ ਬਾਅਦ ਫਿਰ ਐਗਜ਼ਿਟ ਪੋਲ ਆ ਜਿਹੜੇ ਵੱਖ-ਵੱਖ ਏਜੰਸੀਆਂ ਨੇ ਉਹ ਚੋਣ ਕਮਿਸ਼ਨ ਦੇ ਕਿਹਾ ਹੋਇਆ ਆਗਿਆ ਦੇ ਨਾਲ ਨਸ਼ਰ ਹੋ ਜਾਣਗੇ। ਫਿਰ 3 ਦਿਨ ਮੱਥਾ ਕਪਾਈ ਆਪਾਂ ਸਾਰੇ ਲੋਕ ਉਹਦੇ ਤੇ ਮਾਰਾਂਗੇ, ਕਿਹੜੇ ਦਾ ਸਿਰੇ ਚੜ੍ਹਦਾ ਕਿਹੜੇ ਦਾ ਨਹੀਂ ਚੜ੍ਹਦਾ। ਕਈਆਂ ਦੇ ਤਾਂ ਜ਼ਮੀਨ ਸਮਾਨ ਦੇ ਫਰਕ ਪਾਏ ਹੋਏ ਹੁੰਦੇ ਨੇ। ਆਮ ਤੌਰ ਤੇ ਜੇ ਫਰਕ ਹੋਵੇ, ਸਾਰੀਆਂ ਏਜੰਸੀਆਂ ਨੇ ਸਹੀ ਕੀਤਾ ਹੋਵੇ, ਤਾਂ ਉਹ ਥੋੜਾ ਬਹੁਤਾ 19-21 ਦਾ ਪੈ ਜਾਂਦਾ ਹੈ। ਕਈਆਂ ਦੇ ਇਹ ਜਿਹੜੇ ਸਰਵੇਖਣ ਨੇ ਉਹ ਤਾਂ 19-51 ਦਾ ਅੰਤਰ ਪਾਇਆ ਜਾਂਦਾ। ਜੀ ਜੀ। ਢਿੱਲੋਂ ਜੀ, ਜਦੋਂ ਫਸਲਾਂ ਪੱਕ ਜਾਂਦੇ ਨੇ ਤਾਂ ਕਿਸਾਨਾਂ ਦੇ ਚਿਹਰਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਚਿਹਰਿਆਂ ਤੇ ਲਾਲੀ ਛਾ ਜਾਂਦੀ ਹੈ, ਕਿਉਂਕਿ ਉਹਨਾਂ ਨੂੰ ਉਮੀਦ ਹੁੰਦੀ ਹੈ ਕਿ ਜਿਹੜੀ ਫਸਲ ਨੂੰ ਦਿਨ ਰਾਤ ਮਿਹਨਤ ਕਰਕੇ ਅੱਜ ਉਹ ਫਸਲ ਪੱਕ ਚੁੱਕੀ ਹੈ ਤੇ ਤਿਆਰ ਹੋ ਗਿਆ, ਫਿਰ ਉਹਨਾਂ ਨੂੰ ਮੰਡੀਆਂ ਦੇ ਵਿੱਚ ਲਿਆਂਦੀ ਜਾਂਦੀ ਹੈ। ਇਸ ਦੇ ਚੱਲਦੇ 1 ਅਪ੍ਰੈਲ ਤੋਂ ਕਣਕ ਦੀ ਖਰੀਦ ਆ ਉਹ ਸ਼ੁਰੂ ਹੋ ਜਾਵੇਗੀ। ਜਿਸ ਤਰ੍ਹਾਂ ਦਾ ਮੌਸਮ ਲੱਗਦਾ ਹੈ ਜੀ, ਇਹ ਲੱਗਦਾ ਕਿ ਅਜੇ ਕੁਝ ਟਾਈਮ ਲੱਗੇਗਾ। ਪਹਿਲਾਂ ਜ਼ਮਾਨਾ ਹੁੰਦਾ ਸੀ ਕਣਕਾਂ ਦੀਆਂ ਫਸਲਾਂ ਜਾਂ ਝੋਨੇ ਦੀਆਂ ਫਸਲਾਂ ਦੀ ਕਿਸਮਾਂ ਇਸ ਕਿਸਮ ਦੀਆਂ ਹੁੰਦੀਆਂ ਸੀ ਜਿਹੜੀਆਂ ਇੱਕ ਸੀਮਤ ਦਿਨ ਲੈਂਦੀਆਂ ਸੀ। ਜੀ। ਜਿਵੇਂ ਵਿਗਿਆਨ ਨੇ ਤਰੱਕੀ ਕੀਤੀ, ਉਹ ਬਹੁਤ ਅੱਗੇ ਵਧੀ। ਇਹ ਘੱਟ ਸਮੇਂ ਵਾਲੀਆਂ ਫਸਲਾਂ ਵੀ ਬਾਜ਼ਾਰ ਦੇ ਵਿੱਚ ਆ ਗਈਆਂ। ਧਨੀ ਰਾਮ ਚਾਤਰਕ ਦਾ ਇੱਕ ਕਵਿਤਾ ਸੀ, ਉਹ ਆਮ ਤੌਰ ਤੇ ਤੁਸੀਂ ਵੀ ਕਾਲਜ 'ਚ ਪੜ੍ਹੇ ਹੋ ਜੀ। ਭੰਗੜੇ ਵਾਲੇ ਬੱਚੇ ਉਹਦੇ ਵਿੱਚ ਪੈਂਦੇ ਹੁੰਦੇ ਸੀ। ਕਹਿੰਦੇ ਤੂੜੀ ਤੰਦ ਸਭ ਵੇਚ ਵੱਟ ਕੇ, ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ, ਕੱਛੇ ਮਾਰ ਬੰਝਲੀ ਆਨੰਦ ਛਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ। ਜੀ। ਸੋ ਖੁਸ਼ੀ ਦੇ ਨਾਲ ਇਹ ਮਨਾਇਆ ਜਾਂਦਾ ਸੀ, ਲੇਕਿਨ ਜਿਵੇਂ ਜਿਵੇਂ ਸਮਾਂ ਬਦਲਿਆ, ਫਸਲਾਂ ਦਾ ਜਿਹੜੀ ਝੋਨੇ ਦੀ ਫਸਲ ਪਹਿਲਾਂ ਕਿਸੇ ਵੇਲੇ 147 ਦਿਨ ਜਾਂ 145 ਦਿਨ ਲੈਂਦੀ ਸੀ, ਉਹ PR ਨਵੀਆਂ ਕਿਸਮਾਂ ਆ ਗਈਆਂ ਨੇ ਜਿਹੜੀਆਂ ਮਹੀਨਾ ਘਟ ਗਈਆਂ, 110 ਦਿਨਾਂ 'ਚ ਹੀ ਪੱਕ ਜਾਂਦੀਆਂ ਨੇ। ਚੰਨੀ ਸਾਹਿਬ ਦੀ ਸਰਕਾਰ ਤੋਂ
ਇੱਕ ਦਿਨ ਘੱਟ ਸਮੇਂ 'ਚ। ਸੋ ਇਸ ਕਰਕੇ ਤਬਦੀਲੀ ਆਈ ਹੈ। ਗੱਲ ਇਹੋ ਹੀ ਚੱਲਦੀ ਹੈ ਕਿ 1 ਤਰੀਕ ਤੋਂ ਇਹਨਾਂ ਨੇ ਸ਼ੁਰੂ ਕਰ ਦੇਣੀ ਹੈ। ਉਹਦੇ ਪ੍ਰਬੰਧ ਭਾਵੇਂ ਮੌਜੂਦਾ ਸਰਕਾਰ ਉਹਨੂੰ ਕਿਸਲ ਵੱਟੀ ਬੈਠੀ ਆ, ਪਤਾ ਹੈ ਉਹਨੂੰ ਵੀ 10 ਮਾਰਚ ਤੋਂ ਬਾਅਦ ਨਵੀਂ ਸਰਕਾਰ ਨੇ ਹੋਂਦ ਵਿੱਚ ਆ ਜਾਣਾ। ਉਹਦੇ ਵਾਸਤੇ ਸਭ ਤੋਂ ਪਹਿਲਾਂ ਫਸਲਾਂ ਦੀ ਖਰੀਦ ਦਾ ਪ੍ਰਬੰਧ, ਬਿਜਲੀ ਬੋਰਡ ਨੂੰ ਦੇਣ ਵਾਲੀ ਸਬਸਿਡੀ ਤੇ ਹੋਰ ਜਿਹੜੀਆਂ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਦਾ ਖਜ਼ਾਨਾ ਪੂਰਾ ਕਰਨਾ ਪਵੇਗਾ। ਜਿਹੜਾ ਖਜ਼ਾਨਾ ਉਹਨਾਂ ਨੇ ਕਹਿਣਾ ਚੱਟ ਕੇ ਤੁਰ ਗਏ, ਇਹ ਪੱਕਾ ਹੁੰਦਾ ਸੀ। ਪਿਛਲੀ ਸਰਕਾਰ ਕਿਸਾਨਾਂ ਦਾ ਚੱਟ ਗਈ ਜੀ, ਸਾਡੇ ਪੱਲੇ ਤਾਂ ਕੱਖ ਨਹੀਂ ਪਿਆ। ਇਹ ਜਿਹੜਾ ਸਟੀਰੀਓਟਾਈਪ ਜਵਾਬ ਨੇ, ਇਹ ਨਹੀਂ ਚਾਹੁੰਦੇ। ਕੁਝ ਕਰਨ ਦੀ ਜ਼ਰੂਰਤ ਹੈ। ਜੇ ਲੋਕਾਂ ਨੇ ਇਹ ਕਿਹਾ ਕਿ ਅਸੀਂ ਬਦਲਤਾ, ਜਿਹੜੇ ਵੀ ਬਦਲ ਕੇ ਆਉਣਗੇ ਉਹਨਾਂ ਤੋਂ ਲੋਕਾਂ ਦੀ ਆਸ ਇਹੀ ਹੈ ਕਿ ਜਿਨ੍ਹਾਂ ਰਾਹਾਂ ਦੇ ਉੱਤੇ ਇਹ ਰਵਾਇਤੀ ਚੱਲੇ ਨੇ ਉਹਨਾਂ ਰਾਹਾਂ ਤੋਂ ਹਟ ਕੇ ਚੱਲਣ। ਪੰਜਾਬ ਦਾ ਖਜ਼ਾਨੇ ਦੇ ਵਿੱਚ ਜਿਹੜੀ ਦੁਆਨੀ ਜਾਂਦੀ ਨਹੀਂ, ਜੇ ਉਹ ਖਜ਼ਾਨੇ ਵਿੱਚ ਲੈ ਆਉਣਗੇ ਤਾਂ ਲੋਕ ਇੱਕ ਤੋਂ ਵੱਧ ਵਾਰ ਵੀ ਉਹਨਾਂ ਨੂੰ ਚੁਣ ਸਕਦੇ ਨੇ। ਜੀ ਢਿੱਲੋਂ ਜੀ, ਜੇਕਰ ਦਿੱਲੀ ਦੀਆਂ ਨਗਰ ਨਿਗਮ ਦੀਆਂ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਅਪ੍ਰੈਲ ਦੇ ਵਿੱਚ ਇਹ ਚੋਣਾਂ ਹੋਣਗੀਆਂ। 3 ਨਗਰ ਨਿਗਮਾਂ ਨੇ ਜੀ ਦਿੱਲੀ ਦੇ ਵਿੱਚ। ਜੀ 3 ਵਾਰ ਅਰਵਿੰਦ ਕੇਜਰੀਵਾਲ ਦੀ ਸਰਕਾਰ ਹੋਣ ਦੇ ਬਾਵਜੂਦ ਨਾ ਤਾਂ ਅਰਵਿੰਦ ਕੇਜਰੀਵਾਲ ਅਜੇ ਤੱਕ ਕੋਈ ਮੈਂਬਰ ਪਾਰਲੀਮੈਂਟ ਬਣਾ ਸਕਿਆ ਉੱਥੇ, ਜੀ ਨਾ ਬਹੁ ਗਿਣਤੀ ਵਿੱਚ ਨਗਰ ਨਿਗਮਾਂ ਦੇ ਵਿੱਚ ਆਪਣੀ ਜਿਹੜੀ ਹੈ ਨੁਮਾਇੰਦਗੀ ਕਰ ਸਕਿਆਗਾ। ਅਪ੍ਰੈਲ ਦੇ ਵਿੱਚ ਚੋਣਾਂ ਆ ਰਹੀਆਂ ਨੇ, ਉੱਥੇ ਹੋਰ ਤਾਂ ਭਾਵੇਂ ਕੋਈ ਨਾ ਹੋਵੇ, ਬਹੁਜਨ ਸਮਾਜ ਪਾਰਟੀ ਭਾਰਤੀ ਜਨਤਾ ਪਾਰਟੀ, ਕਾਂਗਰਸ, ਆਮ ਆਦਮੀ ਪਾਰਟੀ ਤੇ ਅਕਾਲੀ ਦਲ ਉੱਥੇ ਲੜਦਾ ਹੁੰਦਾ ਸੀ। ਹੁਣ ਅਕਾਲੀ ਦਲ ਦੇ ਵੱਡੇ ਆਗੂ ਆ ਜਿਹੜੇ ਉਹ ਭਾਰਤੀ ਜਨਤਾ ਪਾਰਟੀ ਪਾਸੇ ਵੱਲ ਜਾ ਚੁੱਕੇ ਨੇ, ਔਰ ਬਹੁਤਿਆਂ 'ਚੋਂ ਕਈਆਂ ਦੀਆਂ ਘਰ ਵਾਲੀਆਂ ਭਾਰਤੀ ਜਨਤਾ ਪਾਰਟੀ ਦੇ ਟਿਕਟ ਤੇ ਲੜ ਕੇ ਉੱਥੇ ਨਗਰ ਨਿਗਮ ਦੀਆਂ ਮੈਂਬਰ ਵੀ ਨੇ। ਜੀ ਢਿੱਲੋਂ ਜੀ, ਤੁਸੀਂ ਬਹੁਤ ਵਧੀਆ ਗੱਲਾਂ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਮਿਹਰਬਾਨੀ, ਧੰਨਵਾਦ ਜੀ। ਇਹ ਸਨ ਜਸਪਾਲ ਸਿੰਘ ਢਿੱਲੋਂ ਜੀ, ਜਿਹਨੇ ਕਿ ਇਸ ਪੂਰੇ ਮੁੱਦੇ ਤੇ ਆਪਣੇ ਵਿਚਾਰ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com ਕਾਨੂੰਨ ਜਾਇਦਾਦ ਦਾ।